ਸਤਿ ਸ੍ਰੀ ਅਕਾਲ। NSQF ਔਨਲਾਈਨ ਸਟੱਡੀ ਪ੍ਰੋਗਰਾਮ ਵਿੱਚ ਆਪ ਸਭ ਵਿਦਿਆਰਥੀਆਂ ਦਾ ਸਵਾਗਤ ਹੈ। ਮੇਰਾ ਨਾਮ ਕੁਲਦੀਪ ਸਿੰਘ, ਵੋਕੇਸ਼ਨਲ ਟ੍ਰੇਨਰ, ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈਬੋਵਾਲ, ਹੁਸ਼ਿਆਰਪੁਰ। ਅੱਜ ਅਸੀਂ ਕਮਿਊਨੀਕੇਸ਼ਨ ਸਕਿੱਲ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਮਤਲਬ ਸੰਚਾਰ ਹੁਨਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਔਰ ਸਿੱਖਾਂਗੇ। ਸੰਚਾਰ ਹੁਨਰ ਬਾਰੇ ਜਾਣ ਪਛਾਣ। ਸੰਚਾਰ ਹੁਨਰ ਉਹ ਹੁਨਰ ਹਨ ਜਿਨ੍ਹਾਂ ਨੂੰ ਬੋਲਣ ਅਤੇ ਲਿਖਣ ਲਈ ਸਹੀ ਢੰਗ ਦੀ ਲੋੜ ਹੁੰਦੀ ਹੈ। ਉਹ ਵਿਦਿਆਰਥੀ ਜੋ ਹਾਜ਼ਰੀਨ ਨਾਲ ਅੱਖਾਂ ਦਾ ਸੰਪਰਕ ਕਾਇਮ ਰੱਖਣ ਦੌਰਾਨ ਉਚਿਤ ਢੰਗ ਨਾਲ ਬੋਲਣ ਦੇ ਯੋਗ ਹੁੰਦੇ ਹਨ। ਹਾਜ਼ਰੀਨ ਦੀ ਜ਼ਰੂਰਤ ਦੇ ਅਨੁਕੂਲ ਹੋਣ ਲਈ ਵੱਖ-ਵੱਖ ਸ਼ਬਦਾਵਲੀ ਅਤੇ ਭਾਸ਼ਾਵਾਂ ਬਾਰੇ ਭਾਸ਼ਣ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਇੱਕ ਪ੍ਰਭਾਵਸ਼ਾਲੀ ਲੇਖਕ ਨੂੰ ਆਪਣੇ ਸੁਨੇਹੇ ਅਤੇ ਵਿਚਾਰਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸ਼ੈਲੀ ਅਤੇ ਤਕਨੀਕਾਂ ਵਿੱਚ ਲਿਖਤ ਸ਼ਬਦਾਂ ਦੀ ਵਰਤੋਂ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਜੇ ਅਸੀਂ ਯੋਗ ਹੋਵਾਂਗੇ ਤਾਂ ਹੀ ਅਸੀਂ ਇਨਫੋਰਮੇਸ਼ਨ ਨੂੰ ਆਦਾਨ ਪ੍ਰਦਾਨ ਕਰ ਸਕਦੇ ਹਾਂ। ਜੇ ਸਾਡੇ ਕੋਲ ਕੋਈ ਗਿਆਨ ਹੋਗਾ, ਕੋਈ ਸਿਖਲਾਈ ਹੁਨਰ ਹੋਗਾ, ਤਾਂ ਹੀ ਅਸੀਂ ਕੋਈ ਇਨਫੋਰਮੇਸ਼ਨ ਨੂੰ ਲੈਣਾ ਹੈ, ਦੇਣਾ ਹੈ, ਪ੍ਰਾਪਤ ਕਰ ਸਕਦੇ ਹਾਂ। ਕਿਸੇ ਵੀ ਸਥਿਤੀ ਵਿੱਚ ਧਿਆਨ ਨਾਲ ਸੁਣਨ ਅਤੇ ਲਿਖਣ ਅਤੇ ਬੋਲਣ ਦੀ ਯੋਗਤਾ ਹੋਣੀ ਚਾਹੀਦੀ ਹੈ। ਇਸ ਲਈ ਪ੍ਰਭਾਵਸ਼ਾਲੀ ਸੰਚਾਰ ਲਈ ਵਧੀਆ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਦੇ ਹੁਨਰ ਜ਼ਰੂਰੀ ਹਨ। ਜੇ ਸਾਡੇ ਕੋਲ ਪੜ੍ਹਾਈ ਲਿਖਾਈ ਅੱਛੀ ਹੈ, ਅਸੀਂ ਸੁਣ ਕੇ ਸਮਝਣ ਦੇ ਯੋਗ ਹਾਂ, ਤਾਂ ਅਸੀਂ ਸੰਚਾਰ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹਾਂ। ਇੱਕ ਵਿਦਿਆਰਥੀ ਵਜੋਂ ਤੁਸੀਂ ਕਿਸੇ ਵੀ ਭਾਸ਼ਾ ਦਾ ਅਧਿਐਨ ਕਰ ਸਕਦੇ ਹੋ, ਪਰ ਇਹ ਮਹੱਤਵਪੂਰਨ ਹੈ ਕਿ ਤੁਸੀਂ ਸਹੀ ਸੰਚਾਰ ਕਰਨ ਲਈ ਚੰਗੀ ਤਰ੍ਹਾਂ ਪੜ੍ਹਨ, ਲਿਖਣ ਅਤੇ ਸੁਣਨ ਦੇ ਯੋਗ ਹੋ। ਇੱਕ ਤੋਂ ਵੱਧ ਭਾਸ਼ਾਵਾਂ ਬੋਲਣਾ ਉਹਨਾਂ ਦੁਨੀਆ ਭਰ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਜੇ ਸਾਨੂੰ ਭਾਸ਼ਾਵਾਂ ਦੇ ਬਾਰੇ ਗਿਆਨ ਹੋਏਗਾ ਅਤੇ ਅਸੀਂ ਮਤਲਬ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਲੈਂਗੁਏਜ ਵਾਲੇ ਕਿਸੇ ਵੀ ਇਨਸਾਨ ਨਾਲ ਅੱਛੀ ਇਨਫੋਰਮੇਸ਼ਨ ਦੇ ਸਕਦੇ ਹਾਂ, ਲੈ ਸਕਦੇ ਹਾਂ, ਸਾਂਝੀ ਕਰ ਸਕਦੇ ਹਾਂ। ਜੇ ਸਾਡੇ ਕੋਲ ਭਾਸ਼ਾਵਾਂ ਦਾ ਗਿਆਨ ਨਹੀਂ ਹੈ, ਫਿਰ ਅਸੀਂ ਇਹਦੇ ਯੋਗ ਨਹੀਂ ਹੋ ਸਕਦੇ। ਇਸ ਲਈ ਸਾਨੂੰ ਕਮਿਊਨੀਕੇਸ਼ਨ ਹੁਨਰ ਦੇ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਜੋ ਭਾਸ਼ਾ ਨੂੰ ਆਸਾਨੀ ਨਾਲ ਬਚਪਨ ਤੋਂ ਹੀ ਬੋਲਣ ਵਿੱਚ ਤੁਹਾਡੀ ਸਹਾਇਤਾ ਕਰ ਰਹੇ ਹਨ। ਉਦਾਹਰਨਾਂ ਵਜੋਂ ਤੁਹਾਡੀ ਮਾਤ ਭਾਸ਼ਾ ਮੌਜੂਦਾ ਸਮੇਂ ਵਿੱਚ ਇੱਕ ਚੰਗੀ ਤਰ੍ਹਾਂ ਕਿਸੇ ਵੀ ਪੇਸ਼ੇ ਵਿੱਚ ਜਾਂ ਕਾਰੋਬਾਰ ਸਮਾਪਤ ਕਰਨ ਵਿੱਚ ਸੰਚਾਰ ਮੁਹਾਰਤਾਂ ਵਾਲੀ ਭਾਸ਼ਾ ਦਾ ਗਿਆਨ ਬਹੁਤ ਮਹੱਤਵਪੂਰਨ ਹੁੰਦਾ ਹੈ। ਅਤੇ ਇਸ ਲਈ ਸਾਨੂੰ ਇਸ ਦੇ ਯੋਗ ਹੋਣਾ ਜ਼ਰੂਰੀ ਹੈ। ਇੱਕ ਹੁਨਰ ਹੋਣਾ ਸਾਡੇ ਕੋਲ ਜ਼ਰੂਰੀ ਹੈ। ਸਟੱਡੀ ਸਾਡੇ ਕੋਲ ਅੱਛੀ ਸਟੱਡੀ ਲਈ ਹੈ, ਅੱਛੀ ਸਾਡੇ ਕੋਲ ਸਪੀਕਿੰਗ ਹੈ, ਸਪੀਕਿੰਗ ਪਾਵਰ ਅੱਛੀ ਹੈ ਸਾਡੀ, ਅਤੇ ਸਾਨੂੰ ਭਾਸ਼ਾਵਾਂ ਦਾ ਗਿਆਨ ਹੈ, ਅਤੇ ਸਾਨੂੰ ਕਮਿਊਨੀਕੇਸ਼ਨ ਦੇ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਏਗੀ। ਇਸ ਕਰਕੇ ਇਸਕੇ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਸੈਸ਼ਨ ਨੰਬਰ 1 ਸੰਚਾਰ ਦੀ ਜਾਣ ਪਛਾਣ ਬਾਰੇ ਹੁਣ ਅਸੀਂ ਪੜ੍ਹਾਂਗੇ।
ਤੁਸੀਂ ਸ਼ਾਇਦ ਹਰ ਸਮੇਂ ਸੰਚਾਰ ਬਾਰੇ ਲੋਕ ਗੱਲਾਂ ਕਰਦੇ ਸੁਣੇ ਹੋ। ਹਰ ਕਿਸੇ ਨੂੰ ਇਸ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਚਾਹੁੰਦੇ ਹਨ, ਪਰ ਸੰਚਾਰ ਅਸਲ ਵਿੱਚ ਹੈ ਕਿਆ? ਆਓ ਅਸੀਂ ਇਸ ਦੇ ਬਾਰੇ ਹੁਣ ਜਾਣਕਾਰੀ ਪ੍ਰਾਪਤ ਕਰਾਂਗੇ। ਸ਼ਬਦ ਸੰਚਾਰ ਲਾਤੀਨੀ ਸ਼ਬਦ ਸੰਚਾਰ ਤੋਂ ਆਇਆ ਹੈ। ਇਸ ਦਾ ਅਰਥ ਹੈ ਸਾਂਝਾ ਕਰਨਾ, ਮਤਲਬ ਆਪਣੇ ਵਿਚਾਰਾਂ ਨੂੰ ਇੱਕ ਦੂਸਰੇ ਨਾਲ ਸਾਂਝਾ ਕਰਨਾ, ਉਹ ਸੰਚਾਰ ਹੈ। ਜਿੱਦਾਂ ਕਿ ਅੱਗੇ ਤੁਸੀਂ ਚਿੱਤਰ ਨੰਬਰ 1 ਵਿੱਚ ਦੇਖੋਗੇ ਕਿ ਸੰਚਾਰ ਦੋ ਜਾਂ ਦੋ ਤੋਂ ਵੱਧ ਵਿਦਿਆਰਥੀ ਜਾਂ ਸਮੂਹਾਂ ਵਿੱਚ ਇੱਕ ਸਾਂਝੀ ਸਮਝ ਤੱਕ ਪਹੁੰਚਾਉਣ ਲਈ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਸੰਚਾਰ ਦੀ ਮਹੱਤਤਾ ਕਿਆ ਹੈ, ਇਸ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ। ਸਪਸ਼ਟ ਤੌਰ 'ਤੇ ਸੰਚਾਰ ਕਰਨ ਅਤੇ ਵਿਚਾਰਾਂ, ਭਾਵਨਾਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੀ ਤੁਹਾਡੀ ਯੋਗਤਾ ਤੁਹਾਡੇ ਸਾਰੇ ਸੰਬੰਧਾਂ ਵਿੱਚ ਤੁਹਾਡੀ ਸਹਾਇਤਾ ਕਰੇਗੀ। ਉਦਾਹਰਨਾਂ ਦੇ ਲਈ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਦੇ ਸਕਦੇ ਹੋ। ਤੁਸੀਂ ਸੰਚਾਰ ਦੁਆਰਾ ਦੂਜਿਆਂ ਨੂੰ ਪ੍ਰਭਾਵਿਤ ਵੀ ਕਰ ਸਕਦੇ ਹੋ। ਸੰਚਾਰ ਮੁਹਾਰਤਾਂ ਦੀ ਜ਼ਰੂਰਤ ਹੁੰਦੀ ਹੈ, ਜਿੱਦਾਂ ਕਿ ਜਾਣਕਾਰੀ, ਤੁਹਾਨੂੰ ਕਿਸੇ ਤੱਥ ਜਾਂ ਜਾਣਕਾਰੀ ਦੇਣ ਦੀ ਲੋੜ ਹੋ ਸਕਦੀ ਹੈ। ਉਦਾਹਰਨਾਂ ਵਜੋਂ ਕਿਸੇ ਇਮਤਿਹਾਨ ਦੀ ਸਮਾਂ ਸਾਰਣੀ ਨੂੰ ਆਪਣੇ ਦੋਸਤਾਂ ਨੂੰ ਦੱਸਣਾ ਹੈ। ਇਮਤਿਹਾਨ ਬਾਰੇ ਅਸੀਂ ਕਿਸੇ ਆਪਣੇ ਫਰੈਂਡ ਨਾਲ ਗੱਲ ਕਰਨੀ ਹੈ, ਕਿਹਨੂੰ ਦੱਸਣਾ ਹੈ। ਪ੍ਰਭਾਵ ਕਿਆ ਇਹਦਾ? ਤੁਹਾਨੂੰ ਕਿਸੇ ਨੂੰ ਸਿੱਧੇ ਪਰ ਆਮ ਤੌਰ 'ਤੇ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰਨਾ ਜਾਂ ਕਿਸੇ ਨੂੰ ਬਦਲਣ ਦੀ ਜ਼ਰੂਰਤ ਹੋ ਸਕਦੀ ਹੈ। ਉਦਾਹਰਨਾਂ ਵਜੋਂ ਕਿਸੇ ਦੁਕਾਨ 'ਤੇ ਜਾਂਦੇ ਹਾਂ ਅਸੀਂ, ਕੋਈ ਮਤਲਬ ਬੁੱਕ ਜਾਂ ਕੋਈ ਵੀ ਅਸੀਂ ਆਈਟਮ ਖਰੀਦਦੇ ਹਾਂ ਅਤੇ ਅਸੀਂ ਬਾਰਗੇਨਿੰਗ ਕਰਦੇ ਹਾਂ ਜਾ ਕੇ ਦੁਕਾਨਦਾਰ ਦੇ ਨਾਲ। ਜੇ ਸਾਡੇ ਕੋਲ ਅੱਛੀ ਨੌਲੇਜ ਹੈ, ਹੁਨਰ ਹੈ, ਸਾਨੂੰ ਗਿਆਨ ਹੈ, ਅਸੀਂ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਹਾਂ। ਜਾਂ ਕਿਸੇ ਦੋਸਤ ਨੂੰ ਇਮਤਿਹਾਨ ਜਾਂ ਕਿਸੇ ਹੋਰ ਕਾਰਨ ਕਰਕੇ ਤਣਾਅ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਭਾਵਨਾਵਾਂ ਹਾਜ਼ਰ ਕਰੋ। ਆਪਣੀਆਂ ਭਾਵਨਾਵਾਂ ਬਾਰੇ ਗੱਲਬਾਤ ਕਰਨਾ ਉਹਨਾਂ ਨੂੰ ਜ਼ਾਹਿਰ ਕਰਨ ਦਾ ਇੱਕ ਢੰਗ ਹੈ। ਉਦਾਹਰਨ ਦੇ ਲਈ ਆਪਣੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਬਾਰੇ ਉਤਸ਼ਾਹਤ ਨੂੰ ਸਾਂਝਾ ਕਰਨਾ, ਜਿੱਦਾਂ ਆਪਣੇ ਮਾਂ ਬਾਪ, ਦੋਸਤਾਂ ਨਾਲ ਸਾਂਝਾ ਕਰਨ ਲਈ ਵੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਹੁਣ ਤੁਸੀਂ ਕਮਿਊਨੀਕੇਸ਼ਨ ਪ੍ਰੋਸੈਸ ਫਿਗਰ ਨੰਬਰ 1 ਵਿੱਚ ਦੇਖੋ, ਆਸਕਿੰਗ ਫॉर ਇਨਫੋਰਮੇਸ਼ਨ। तो वेयर आर यू गोइंग, मतलब ਤੁਸੀਂ ਇੱਕ ਇਨਫੋਰਮੇਸ਼ਨ ਲੈ ਰਹੇ ਹੋ, ਅੱਗਿਓਂ ਕਿਆ ਆਨਸਰ ਮਿਲਦਾ? ਆਈ ਐਮ ਗੋਇੰਗ ਟੂ ਹੋਮ। ਤੁਸੀਂ ਰਿਸੀਵ ਕਰ ਰਹੇ ਹੋ ਉਹ ਗਿਵਿੰਗ, ਉਹ ਅੱਗਿਓਂ ਗਿਵਿੰਗ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ, ਤੁਸੀਂ ਰਿਸੀਵ ਕਰ ਰਹੇ ਹੋ। ਜੇ ਤੁਹਾਡੇ ਕੋਲ ਅੱਛੀ ਇੰਗਲਿਸ਼, ਤੁਸੀਂ ਅੱਛੀ ਭਾਸ਼ਾ ਦੀ ਜਾਣਕਾਰੀ ਹੈ ਤਾਂ ਤੁਸੀਂ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਹੋ। ਸੰਚਾਰ ਦੇ ਤੱਤ। ਗਿਵਿੰਗ ਇਨਫੋਰਮੇਸ਼ਨ, ਇਨਫੋਰਮੇਸ਼ਨ ਕਿਵੇਂ ਦੇ ਰਹੇ ਹੋ ਤੁਸੀਂ? ਜਾਣਕਾਰੀ ਸੈਂਡਰ ਆਪਣਾ ਭੇਜ ਰਿਹਾ ਇਨਫੋਰਮੇਸ਼ਨ ਔਰ ਰਿਸੀਵਰ ਰਿਸੀਵ ਕਰ ਰਿਹਾ ਹੈ। ਜੇ ਤੁਹਾਡੇ ਕੋਲ ਅੱਛੀ ਨੌਲੇਜ ਹੈ ਤੁਸੀਂ ਵਧੀਆ, ਜੇ ਤੁਹਾਡੇ ਕੋਲ ਹੁਨਰ ਹੈ ਤੁਸੀਂ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਹੋ। ਸੰਚਾਰ ਜਾਣਕਾਰੀ ਦਾ ਦੋ ਪਾਸਿਆਂ ਦਾ ਬਟਵਾਰਾ ਹੁੰਦਾ ਹੈ, ਭਾਵ ਦੇਣਾ ਅਤੇ ਪ੍ਰਾਪਤ ਕਰਨਾ। ਚਿੱਤਰ
1.2 ਵਿੱਚ ਦੇਖੋ ਤੁਸੀਂ, ਕਿਸੇ ਨੂੰ ਬੋਲਣਾ ਅਤੇ ਲਿਖਣਾ ਜਾਣਕਾਰੀ ਦੇਣਾ ਉਦਾਹਰਨ ਹਨ। ਕਿਸੇ ਨੂੰ ਪੜ੍ਹਨਾ ਅਤੇ ਸੁਣਨਾ ਜਾਣਕਾਰੀ ਪ੍ਰਾਪਤ ਕਰਨ ਲਈ ਦੀਆਂ ਉਦਾਹਰਨਾਂ ਹਨ। ਸੰਚਾਰ ਵਿੱਚ ਦ੍ਰਿਸ਼ਟੀਕੋਣ। ਦ੍ਰਿਸ਼ਟੀਕੋਣ ਵਿਚਾਰ ਜਾਂ ਸੋਚਣ ਦੇ ਨਿਰਧਾਰਤ ਢੰਗ ਹਨ। ਇਹ ਕਈ ਵਾਰ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਨਾਂ ਦੇ ਲਈ, ਜੇ ਤੁਹਾਡੇ ਕੋਲ ਇੱਕ ਪੱਕਾ ਵਿਚਾਰ ਹੈ ਕਿ ਤੁਹਾਡਾ ਅਧਿਆਪਕ ਜਾਂ ਪਿਤਾ ਸਖਤ ਹਨ, ਭਾਵੇਂ ਉਹ ਦੋਸਤਾਨਾ ਹੋ ਰਹੇ ਹੋਣ, ਤਾਂ ਵੀ ਤੁਸੀਂ ਸੋਚ ਸਕਦੇ ਹੋ ਕਿ ਉਹ ਤੁਹਾਨੂੰ ਨਿੰਦਾ ਕਰ ਰਹੇ ਹਨ, ਭਾਵੇਂ ਕਿ ਉਹ ਨਿਮਰ ਹੋਣ। ਇਸੇ ਤਰ੍ਹਾਂ ਦੂਜਿਆਂ 'ਤੇ ਤੁਹਾਡੇ ਬਾਰੇ ਵੀ ਪੱਕੇ ਵਿਚਾਰ ਹੋ ਸਕਦੇ ਹਨ। ਜੋ ਤੁਸੀਂ ਉਹਨਾਂ ਨੂੰ ਜੋ ਕਹਿੰਦੇ ਹੋ ਉਹ ਅਸਰ ਪਾਉਂਦੇ ਹਨ। ਸੰਚਾਰ ਵਿੱਚ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹੈ? ਕਿਹੜੇ ਚੀਜ਼ਾਂ ਮਤਲਬ ਇਹਨੂੰ ਪ੍ਰਭਾਵ ਪਾ ਸਕਦੀਆਂ ਹਨ? ਜੋ ਸਾਡੇ ਸੰਚਾਰ ਹੈ ਇਹਦੇ ਵਿੱਚ ਸਾਡੇ ਕਿਹੜੀਆਂ ਗੱਲਾਂ ਦਾ ਪ੍ਰਭਾਵ ਪੈ ਸਕਦਾ ਹੈ? ਜਿੱਦਾਂ ਅੱਗੇ ਸਾਰਣੀ ਨੰਬਰ 1.1 ਸੰਚਾਰ ਵਿੱਚ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ। ਕਾਰਕ ਜਿੱਦਾਂ ਮਤਲਬ ਭਾਸ਼ਾ ਹੈ, ਗਲਤ ਸ਼ਬਦ, ਅਣਜਾਣ ਭਾਸ਼ਾ ਅਤੇ ਵਿਸਤਾਰ ਦੀ ਘਾਟ ਦੀ ਵਰਤੋਂ ਦੇ ਮਾਮਲੇ ਵਿੱਚ ਭਾਸ਼ਾ ਜੋ ਗੱਲ ਦੱਸਣੀ ਚਾਹੁੰਦੀ ਹੈ ਨੂੰ ਸੰਚਾਲਿਤ ਕਰਨ ਵਿੱਚ ਰੁਕਾਵਟ ਵਜੋਂ ਕੰਮ ਕਰ ਸਕਦੀ ਹੈ। ਉਦਾਹਰਨਾਂ ਲਈ, ਭਾਸ਼ਾ ਇੱਕ ਰੁਕਾਵਟ ਵਜੋਂ ਕੰਮ ਕਰ ਸਕਦੀ ਹੈ। ਜਦੋਂ ਇੱਕ ਭਾਰਤੀ ਜਿਹੜਾ ਸਿਰਫ ਹਿੰਦੀ ਹੀ ਅਤੇ ਚੀਨੀ ਜਾਣਦਾ ਹੈ, ਉਸ ਨੂੰ ਮੈਥਨ ਦਾ ਗਿਆਨ ਹੈ, ਉਹ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ, ਅਤੇ ਇਹ ਵੀ ਇੱਕ ਰੁਕਾਵਟ ਹੈ। ਜੇ ਸਾਨੂੰ ਭਾਸ਼ਾ ਦੇ ਬਾਰੇ ਗਿਆਨ ਨਹੀਂ ਹੈ, ਬਸ ਮੈਂ ਆਪਣੀ ਭਾਸ਼ਾ ਇੱਕ ਪੰਜਾਬੀ ਜਾਣਦਾ, ਮੈਨੂੰ ਦੂਸਰੇ ਭਾਸ਼ਾ ਬਾਰੇ ਗਿਆਨ ਨਹੀਂ ਹੈ, ਅਤੇ ਦੂਸਰੇ ਪਾਸੇ ਚੀਨੀ ਹੈ, ਤੋ ਅਸੀਂ ਇੱਕ ਦੂਸਰੇ ਨਾਲ ਆਪਣੀ ਇਨਫੋਰਮੇਸ਼ਨ ਆਦਾਨ ਪ੍ਰਦਾਨ ਨਹੀਂ ਕਰ ਸਕਦੇ। ਜੇ ਸਾਨੂੰ ਭਾਸ਼ਾ ਬਾਰੇ ਗਿਆਨ ਹੋਏਗਾ ਤੋ ਸਾਡੇ ਕੋਲ ਹੁਨਰ ਹੈ, ਤਾਂ ਅਸੀਂ ਵਧੀਆ ਹੈਂਡਲ ਕਰ ਸਕਦੇ ਹਾਂ। ਵਿਜ਼ੂਅਲ ਧਾਰਨਾ ਦਿਮਾਗ ਦੀ ਇਹ ਸਮਝ ਦੀ ਯੋਗਤਾ ਹੈ ਕਿ ਅਸੀਂ ਆਪਣੀਆਂ ਅੱਖਾਂ ਰਾਹੀਂ ਜੋ ਵੇਖਦੇ ਹਾਂ। ਉਦਾਹਰਨਾਂ ਦੇ ਲਈ, ਅੰਸ਼ਕ ਰੂਪ ਵਿੱਚ ਖਿੱਚੀਆਂ ਗਈਆਂ ਤਸਵੀਰਾਂ ਨੂੰ ਦ੍ਰਿਸ਼ਟੀਕੋਣ ਨਾਲ ਪੂਰਾ ਕਰਨਾ, ਜਦੋਂ ਕਿ ਉਹ ਕੁਝ ਹੋਰ ਹੋ ਸਕਦੀਆਂ ਹਨ, ਇਹ ਵੀ ਇੱਕ ਰੁਕਾਵਟ ਹੈ। ਪਿਛਲੇ ਤਜਰਬੇ ਸਾਡੇ ਪਿਛਲੇ ਤਜਰਬੇ ਨੂੰ ਸਮਝਣ ਜਾਂ ਸਪਸ਼ਟ ਤੌਰ 'ਤੇ ਸੰਚਾਰ ਕਰਨ ਤੋਂ ਰੋਕਣਾ। ਉਦਾਹਰਨਾਂ ਵਜੋਂ, ਇਸ ਦੁਕਾਨਦਾਰ ਨੇ ਪਿਛਲੀ ਵਾਰੀ ਮੇਰੇ ਨਾਲ ਧੋਖਾ ਕੀਤਾ। ਮੈਨੂੰ ਸਾਵਧਾਨ ਰਹੇ ਜਾਂ ਮੈਂ ਆਪਣੀ ਗਣਿਤ ਦੀ ਪ੍ਰੀਖਿਆ ਵਿੱਚ ਘੱਟ ਅੰਕ ਪ੍ਰਾਪਤ ਕੀਤੇ, ਇਸ ਲਈ ਮੈਂ ਕਲਾਸ ਵਿੱਚ ਪ੍ਰਸ਼ਨ ਪੁੱਛਣ ਅਤੇ ਜਵਾਬ ਦੇਣ ਤੋਂ ਡਰਦਾ ਹਾਂ। ਠੀਕ ਹੈ ਜੀ, ਕਿ ਦੁਕਾਨਦਾਰ ਨੇ ਪਿਛਲੀ ਵਾਰ ਮੇਰੇ ਨਾਲ ਧੋਖਾ ਕੀਤਾ, ਮੈਂ ਦੁਬਾਰਾ ਉਹਨੂੰ ਪੁੱਛਣ ਤੋਂ ਚੀਜ਼ ਤੋਂ ਡਰਦਾ, ਮੈਂ ਪੁੱਛਾਂ ਕਿ ਨਾ ਪੁੱਛਾਂ। ਜਿੱਦਾਂ ਕਲਾਸ ਦੇ ਵਿੱਚ ਕੋਈ ਕੁਐਸਚਨ ਹੁੰਦਾ, ਕੁਛ ਮਤਲਬ ਸਾਨੂੰ ਆਉਂਦਾ ਜਾਂ ਨਹੀਂ ਆਉਂਦਾ, ਲੇਕਿਨ ਅਸੀਂ ਥੋੜ੍ਹਾ ਜਿਹਾ ਝਿਜਕਦੇ ਸੀ ਕਿ ਪੁੱਛੀਏ ਨਾ ਪੁੱਛੀਏ। ਜੇ ਇਹਨਾਂ ਚੀਜ਼ਾਂ ਤੋਂ ਤੁਸੀਂ ਹੁਨਰਮੰਦ ਹੋ, ਅੱਛੇ ਜਾਣਕਾਰ ਹੋ, ਤਾਂ ਬਿਲਕੁਲ ਆਪਣਾ ਸਪਸ਼ਟ ਕਲੀਅਰ ਕਰ ਸਕਦੇ ਕੋਈ ਵੀ। ਪੱਖਪਾਤ ਸਥਿਰ ਵਿਚਾਰ, ਜਿਵੇਂ ਕਿ ਮੇਰੀ ਕਲਾਸ ਵਿੱਚ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ। ਸੋਚਣਾ ਵਿਦਿਆਰਥੀ ਨੂੰ ਕਲਾਸ ਵਿੱਚ ਖੁੱਲ੍ਹ ਕੇ ਗੱਲ ਕਰਨ ਤੋਂ ਰੋਕ ਸਕਦਾ ਹੈ। ਉਹੀ ਆ ਗਈ ਗੱਲ ਕਿ ਅਸੀਂ ਜੇ ਖੁੱਲ੍ਹ ਕੇ ਗੱਲਬਾਤ ਨਹੀਂ ਕਰਾਂਗੇ, ਸਾਨੂੰ ਕੋਈ ਜਾਣਕਾਰੀ ਨਹੀਂ ਹੈ ਇਹਦੇ ਬਾਰੇ,
ਤੇ ਇਹ ਵੀ ਇੱਕ ਕਾਰਕ ਹੈ। ਭਾਵਨਾਵਾਂ, ਸਾਡੀਆਂ ਭਾਵਨਾਵਾਂ ਜਿਵੇਂ ਕਿ ਦਿਲਚਸਪੀ ਦੀ ਘਾਟ ਜਾਂ ਦੂਜੇ ਵਿਦਿਆਰਥੀ ਦੇ ਭਰੋਸਾ ਨਾ ਕਰਨਾ ਸੰਚਾਰ ਨੂੰ ਪ੍ਰਭਾਵ ਕਰਦਾ ਹੈ। ਉਦਾਹਰਨਾਂ ਵਜੋਂ, ਮੈਂ ਠੀਕ ਨਹੀਂ ਹਾਂ, ਇਸ ਲਈ ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਠੀਕ ਹੈ। ਵਾਤਾਵਰਨ, ਸੋਰਜਾਂ ਆਲੇ ਦੁਆਲੇ ਦੀ ਗੜਬੜੀ ਸੰਚਾਰ ਨੂੰ ਮੁਸ਼ਕਲ ਬਣਾ ਸਕਦੀ ਹੈ। ਉਦਾਹਰਨ, ਕਿਸੇ ਫੰਕਸ਼ਨ ਵਿੱਚ ਕਿਸੇ ਦੋਸਤ ਨਾਲ ਗੱਲ ਕਰਨਾ ਜਿੱਥੇ ਆਰਕੈਸਟਰਾ ਦੁਆਰਾ ਉੱਚੀ ਆਵਾਜ਼ ਦਾ ਸੰਗੀਤ ਚਲਾਇਆ ਜਾਂਦਾ ਹੈ। ਵਾਤਾਵਰਨ ਦਾ ਵੀ ਪ੍ਰਭਾਵ ਪੈਂਦਾ ਹੈ। ਨਿੱਜੀ ਕਾਰਕ ਵਿੱਚ ਤੁਹਾਡੀ ਆਪਣੀ ਭਾਵਨਾਵਾਂ, ਆਦਤਾਂ ਅਤੇ ਸੋਚਣ ਦੇ ਤਰੀਕੇ ਸ਼ਾਮਲ ਹੁੰਦੇ ਹਨ। ਉਦਾਹਰਨਾਂ ਦੇ ਲਈ, ਡਰ ਅਤੇ ਘੱਟ ਵਿਸ਼ਵਾਸ ਨਾਲ ਸੰਚਾਰ ਮੁਸ਼ਕਲ ਹੋ ਸਕਦਾ ਹੈ। ਇਹ ਨਿੱਜੀ ਕਾਰਕ ਹੋ ਗਏ। ਅਭਿਆਚਾਰ, ਚਿੰਨ੍ਹ ਜਿਨ੍ਹਾਂ ਦਾ ਵੱਖੋ ਵੱਖਰੇ ਸੱਭਿਆਚਾਰਾਂ ਵਿੱਚ ਵੱਖਰਾ ਅਰਥ ਹੁੰਦਾ ਹੈ। ਜਿਵੇਂ ਇੱਕ ਅੰਗੂਠਾ ਦਿਖਾਉਣ ਦਾ ਅਰਥ ਹੋ ਸਕਦਾ ਹੈ ਚੰਗੀ ਨੌਕਰੀ, ਕੁਝ ਲੋਕਾਂ ਲਈ ਕੀਤੀ ਜਾ ਸਕਦੀ ਹੈ ਪਰ ਦੂਜਿਆਂ ਦਾ ਅਪਮਾਨ ਹੋ ਸਕਦਾ ਹੈ। ਪ੍ਰਭਾਵਸ਼ਾਲੀ ਸੰਚਾਰ ਹੋ ਸਕਦਾ ਹੈ। ਅਸੀਂ ਪੇਸ਼ੇਵਰ ਸੰਚਾਰ ਮੁਹਾਰਤਾਂ ਦੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਕਰਦੇ ਹਾਂ। ਇਹਨਾਂ ਨੂੰ ਸੰਖੇਪ ਰੂਪ ਵਿੱਚ 7C ਭਾਵ ਸਪਸ਼ਟ ਸੰਧੀ, ਕੰਕਰੀਟ, ਸਹੀ ਸੰਯੋਗ, ਸੰਪੂਰਨ ਅਤੇ ਸ਼ਿਸ਼ਟਾਚਾਰ ਵਜੋਂ ਦਰਸਾਇਆ ਜਾ ਸਕਦਾ ਹੈ। ਇਹਨਾਂ ਬਾਰੇ ਅੱਗੇ ਚਿੱਤਰ ਇੱਕ ਵਿੱਚ ਦੱਸਿਆ ਗਿਆ ਹੈ। ਸੰਚਾਰ ਦੇ ਵੱਖਰੇ ਵੱਖਰੇ ਰੰਗ ਹਨ ਜਿਨ੍ਹਾਂ ਵਿੱਚ ਗੈਰ ਜ਼ੁਬਾਨੀ ਅਤੇ ਫਿਜ਼ੂਲ ਸ਼ਾਮਲ ਹਨ। ਕਾਰਜਕਾਲ ਪਹਿਲੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਚੁੱਕੇ ਹੋ। ਹੁਣ ਤੁਹਾਨੂੰ ਸੈਸ਼ਨ ਨੰਬਰ 2 ਜ਼ੁਬਾਨੀ ਸੰਚਾਰ ਬਾਰੇ ਜਾਣਕਾਰੀ ਦਿੱਤੀ ਜਾਏਗੀ। ਜ਼ੁਬਾਨੀ ਸੰਚਾਰ ਸ਼ਬਦਾਂ ਦੀ ਵਰਤੋਂ ਕਰਕੇ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਇਸ ਵਿੱਚ ਇਹ ਉਹ ਹੈ ਜੋ ਜ਼ਿਆਦਾਤਰ ਲੋਕ ਸੰਚਾਰ ਦੇ ਢੰਗ ਵਜੋਂ ਵਰਤਦੇ ਹਨ। ਅਸੀਂ ਅਗਲੇ ਸੈਸ਼ਨ ਵਿੱਚ ਗੈਰ ਜ਼ੁਬਾਨੀ ਅਤੇ ਦਰਸ਼ਨੀ ਸੰਚਾਰ ਬਾਰੇ ਸਿੱਖਾਂਗੇ। ਸੈਸ਼ਨ ਵਿੱਚ ਸਿੱਖਾਂਗੇ। ਜ਼ੁਬਾਨੀ ਸੰਚਾਰ ਮਹੱਤਵਪੂਰਨ ਹੈ ਕਿਉਂਕਿ ਜੇ ਤੁਸੀਂ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਉਲਝਣ ਪੈਦਾ ਕਰੋਗੇ ਅਤੇ ਤੁਸੀਂ ਜੋ ਚਾਹੁੰਦੇ ਹੋ ਸੰਚਾਰ ਕਰਨ ਦੇ ਯੋਗ ਨਹੀਂ ਹੋਵੋਗੇ। ਜ਼ੁਬਾਨੀ ਸੰਚਾਰ ਦੇ ਮਹੱਤਵਪੂਰਨ ਰੂਪ ਸਾਰਣੀ 1.2 ਵਿੱਚ ਦਿੱਤੇ ਗਏ ਹਨ। ਜ਼ੁਬਾਨੀ ਸੰਚਾਰ ਦੀਆਂ ਕਿਸਮਾਂ। ਮੌਖਿਕ ਜਾਂ ਸਪੋਕਨ ਸੰਚਾਰ ਜਿਸ ਵਿੱਚ ਗੱਲ ਕਰਨ ਸ਼ਾਮਲ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਆਮੋ ਸਾਹਮਣੇ ਗੱਲਬਾਤ ਜਦੋਂ ਤੁਸੀਂ ਸੁਣਨ ਵਾਲੇ ਨੂੰ ਵੇਖ ਸਕਦੇ ਹੋ। ਉਦਾਹਰਨਾਂ ਦੇ ਲਈ, ਸਮੂਹ ਵਿੱਚ ਵਿਚਾਰ ਵਟਾਂਦਰਾ, ਘਰ ਵਿੱਚ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨਾ, ਭਾਸ਼ਣਾਂ ਰਾਹੀਂ ਲੋਕਾਂ ਨਾਲ ਗੱਲਬਾਤ ਕਰਨਾ ਆਦਿ। ਇਹ ਆਮੋ ਸਾਹਮਣੇ ਗੱਲਬਾਤ ਸੰਚਾਰ ਹੈ। ਜਿਸ ਤਰ੍ਹਾਂ ਕਿ ਇੱਕ ਫੋਨ 'ਤੇ ਗੱਲਬਾਤ ਇੱਕ ਵਿਅਕਤੀ ਅਤੇ ਅਧਿਕਤਮ ਸੰਚਾਰ ਲਈ ਹੈ। ਫੋਨ ਗੱਲਬਾਤ ਇੱਕ ਦੂਜੇ ਨੂੰ ਸ਼ੁਭ ਕਾਮਨਾ ਹੈਲੋ ਦੇ ਨਾਲ ਗੱਲ ਕਰਨੀ ਅਤੇ ਸੁਣਨ ਦੇ ਨਾਲ ਸ਼ੁਰੂ ਹੋਣੀ ਚਾਹੀਦੀ ਹੈ। ਗੱਲਬਾਤ ਇੱਕ ਧੰਨਵਾਦ ਅਤੇ ਬਾਈ ਨਾਲ ਖਤਮ ਹੋ ਸਕਦੀ ਹੈ। ਕਲਾਸਰੂਮ ਦੀ ਸਿਖਲਾਈ, ਕਾਰੋਬਾਰੀ ਵਿਚਾਰ ਵਟਾਂਦਰਾ ਅਤੇ ਜਨਤਕ ਭਾਸ਼ਣ ਜ਼ੁਬਾਨੀ ਸੰਚਾਰ ਦੀਆਂ ਦੂਜੀਆਂ ਉਦਾਹਰਨਾਂ ਹਨ ਜਿੱਥੇ ਇੱਕ ਵਿਅਕਤੀ ਕਈਆਂ ਨਾਲ ਇੱਕੋ ਵਾਰ ਗੱਲ ਕਰਦਾ ਹੈ। ਲਿਖਤੀ ਸੰਚਾਰ
ਸੰਚਾਰ ਜਿਸ ਵਿੱਚ ਲਿਖਤ ਜਾਂ ਟਾਈਪ ਕਰਕੇ ਸ਼ਬਦ ਸ਼ਾਮਲ ਹੁੰਦੇ ਹਨ। ਉਦਾਹਰਨਾਂ ਤੌਰ 'ਤੇ ਜਿੱਦਾਂ ਚਿੱਠੀਆਂ, ਨੋਟਿਸ, ਈਮੇਲ ਆਦਿ ਲਿਖਣੇ। ਇਹ ਲਿਖ ਕੇ ਅਸੀਂ ਸੰਚਾਰ ਕਰਦੇ ਹਾਂ। SMS ਛੋਟਾ ਸੁਨੇਹਾ ਸੇਵਾ। ਇਹ ਇੱਕ ਫ਼ੋਨ ਦੁਆਰਾ ਕਿਸੇ ਵਿਅਕਤੀ ਜਾਂ ਸਮੂਹ ਨੂੰ ਭੇਜਿਆ ਜਾ ਸਕਦਾ ਹੈ। ਮੋਬਾਈਲ ਦੁਆਰਾ SMS ਕਰਕੇ, ਇਹ ਵੀ ਇੱਕ ਸੰਚਾਰ ਹੈ। ਖਬਰਾਂ, ਵਿਚਾਰਾਂ, ਦਸਤਾਵੇਜ਼ਾਂ ਅਤੇ ਫਾਈਲਾਂ, ਫੋਟੋ, ਵੀਡੀਓ, ਸੰਗੀਤ ਆਦਿ ਸਮੇਤ ਨੂੰ ਸਾਂਝਾ ਕਰਨ ਲਈ ਈਮੇਲ ਦੀ ਵਰਤੋਂ ਕਰਨਾ ਕਿਸੇ ਵਿਅਕਤੀ ਜਾਂ ਸਮੂਹ ਨੂੰ ਸੰਦੇਸ਼ ਭੇਜਣ ਲਈ ਵਰਤਿਆ ਜਾ ਸਕਦਾ ਹੈ। ਜ਼ੁਬਾਨੀ ਸੰਚਾਰ ਦੇ ਫਾਇਦੇ ਕਿਆ ਕਿਆ ਹੈ, ਇਹਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਹੁਣ। ਜ਼ੁਬਾਨੀ ਸੰਚਾਰ ਸੌਖਾ ਅਤੇ ਤੇਜ਼ ਹੈ। ਤੁਸੀਂ ਕੀ ਕਹਿ ਸਕਦੇ ਹੋ ਅਤੇ ਤੁਰੰਤ ਜਵਾਬ ਪ੍ਰਾਪਤ ਕਰ ਸਕਦੇ ਹੋ। ਇਹ ਸੰਚਾਰ ਦਾ ਇੱਕ ਆਸਾਨ ਤਰੀਕਾ ਹੈ। ਜਦੋਂ ਤੁਸੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਹੁੰਦਾ ਹੈ, ਤੁਸੀਂ ਦੂਜੇ ਵਿਅਕਤੀ ਦੇ ਜਵਾਬ ਅਨੁਸਾਰ ਆਪਣਾ ਸੰਚਾਰ ਬਦਲਦੇ ਰਹਿੰਦੇ ਹੋ। ਜ਼ੁਬਾਨੀ ਸੰਚਾਰ ਦੇ ਨੁਕਸਾਨ ਕਿਹੜੇ ਕਿਹੜੇ ਹੈ, ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਜ਼ੁਬਾਨੀ ਸੰਚਾਰ ਦਾ ਸਭ ਤੋਂ ਆਮ ਨੁਕਸਾਨ ਇਹ ਹੈ ਕਿ ਜਾਣਕਾਰੀ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਵਿਚਕਾਰ ਸੱਭਿਆਚਾਰਕ ਅੰਤਰ ਰਹਿੰਦਾ ਹੈ। ਇਹ ਅੰਤਰ ਵੱਖੋ ਵੱਖਰੀ ਭਾਸ਼ਾਵਾਂ ਦੀ ਵਰਤੋਂ, ਦੂਸਰੇ ਵਿਅਕਤੀਆਂ ਦੁਆਰਾ ਵਰਤੇ ਜਾਂਦੇ ਬੋਲ ਨੂੰ ਸਮਝਣ ਵਿੱਚ ਅਸਮਰੱਥਾ ਅਤੇ ਲਹਿਜਾ ਕਾਰਨ ਹੋ ਸਕਦੇ ਹਨ, ਕਿਉਂਕਿ ਮੌਖਿਕ ਸੰਚਾਰ ਸ਼ਬਦਾਂ 'ਤੇ ਨਿਰਭਰ ਕਰਦਾ ਹੈ। ਕਈ ਵਾਰ ਅਰਥ ਉਲਝਣ ਅਤੇ ਮੁਸ਼ਕਲਾਂ ਹੋ ਜਾਂਦੀਆਂ ਹਨ। ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਨਤਕ ਭਾਸ਼ਣ। ਵੱਡੇ ਸਮੂਹ ਦੇ ਸਾਹਮਣੇ ਬੋਲਣਾ ਜ਼ਿਆਦਾਤਰ ਲੋਕਾਂ ਨੂੰ ਘਬਰਾਉਂਦਾ ਹੈ। ਆਪਣੇ ਡਰ ਨੂੰ ਦੂਰ ਕਰਨ ਲਈ ਤੁਸੀਂ 3P ਤਿਆਰ ਕਰੋ, ਅਭਿਆਸ ਕਰੋ, ਪ੍ਰਦਰਸ਼ਨ ਕਰੋ, ਢੰਗ ਦੀ ਵਰਤੋਂ ਕਰ ਸਕਦੇ ਹੋ ਅਤੇ ਇੱਕ ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਸਪੀਕਰ ਬਣ ਸਕਦੇ ਹੋ। ਇਹ ਨੁਕਤੇ ਸਾਰਣੀ 1.3 ਵਿੱਚ ਦਰਸਾਏ ਗਏ ਹਨ, ਜਿਵੇਂ ਕਿ ਜਨਤਕ ਭਾਸ਼ਣ ਅਤੇ 3P ਕਿਆ ਹੈ। ਤਿਆਰ ਕਰੋ। ਆਪਣੇ ਵਿਸ਼ੇ ਬਾਰੇ ਸੋਚੋ। ਇਸ ਬਾਰੇ ਸੋਚੋ ਕਿ ਤੁਹਾਡੇ ਸਰੋਤਿਆਂ ਨੂੰ ਵਿਸ਼ੇ ਬਾਰੇ ਕੀ ਜਾਣਨ ਦੀ ਜ਼ਰੂਰਤ ਹੈ। ਆਪਣੇ ਸਰੋਤਿਆਂ ਨੂੰ ਆਪਣੇ ਵਿਸ਼ਾ ਸਮਝਣ ਦੇ ਸਭ ਤੋਂ ਵਧੀਆ ਬੈਸਟ ਢੰਗ ਬਾਰੇ ਸੋਚੋ। ਜੋ ਲਿਖੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਉਹਦਾ ਇੱਕ ਖਾਕਾ ਤਿਆਰ ਕਰ ਲਓ ਪਹਿਲੇ, ਸੋਚ ਸਮਝ ਕੇ, ਤਾਂ ਕਿ ਤੁਸੀਂ ਅੱਛੇ ਤਰੀਕੇ ਨਾਲ ਉਹਨੂੰ ਬੋਲ ਸਕਦੇ ਹਾਂ। ਅਭਿਆਸ। ਪਹਿਲਾਂ ਖੁਦ ਅਭਿਆਸ ਕਰੋ, ਸ਼ੀਸ਼ੇ ਸਾਹਮਣੇ ਕਰੋ। ਪਹਿਲੇ ਖੁਦ ਕਰਕੇ ਫਿਰ ਸ਼ੀਸ਼ੇ ਸਾਹਮਣੇ ਖੜ੍ਹ ਕੇ ਵੀ ਹਾਂ ਮੇਰੇ ਸਾਹਮਣੇ ਪਬਲਿਕ ਬੈਠੀ ਹੈ ਅਤੇ ਮੈਂ ਇਹਨਾਂ ਨੂੰ ਇੱਕ ਲੈਕਚਰ, ਇੱਕ ਭਾਸ਼ਣ ਦੇ ਰਿਹਾ ਹਾਂ। ਆਪਣੇ ਜਾਂ ਪਰਿਵਾਰ ਦੇ ਦੋਸਤਾਂ ਸਾਹਮਣੇ ਗੱਲਬਾਤ ਕਰੋ ਅਤੇ ਉਹਨਾਂ ਨੂੰ ਪੁੱਛੋ ਕਿ ਉਹ ਕੀ ਸੋਚਦੇ ਹਨ, ਉਹਦੇ ਬਾਰੇ ਵਿਚਾਰ ਕਰੋ। ਉੱਚੀ ਅਤੇ ਸਹੀ ਗਤੀ 'ਤੇ ਬੋਲੋ, ਬਹੁਤ ਤੇਜ਼ ਨਹੀਂ ਅਤੇ ਬਹੁਤ ਹੌਲੀ ਨਹੀਂ। ਜ਼ਿਆਦਾ ਤੇਜ਼ ਵੀ ਨਹੀਂ ਬੋਲਣਾ, ਜ਼ਿਆਦਾ ਹੌਲੀ ਵੀ ਨਹੀਂ ਬੋਲਣਾ। ਬਿਲਕੁਲ ਆਪਣੀ ਸਪੀਚ ਨੂੰ ਇੱਕ ਮੱਧਮ ਵਰਗ ਮਤਲਬ ਤਰੀਕੇ ਨਾਲ ਬੋਲਣਾ ਹੈ। ਪ੍ਰਦਰਸ਼ਨ। ਜੇ ਤੁਸੀਂ ਘਬਰਾਹਟ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਡੂੰਘੀਆਂ ਸਾਹਾਂ ਲਓ। ਤੁਸੀਂ ਕੀ ਤਿਆਰ ਕੀਤਾ ਹੈ ਬਾਰੇ ਸੋਚੋ ਅਤੇ ਭਰੋਸੇ ਨਾਲ ਬੋਲਣਾ ਸ਼ੁਰੂ ਕਰੋ। ਜੇ ਤੁਹਾਨੂੰ ਕਦੀ ਲੱਗਦਾ ਮੈਨੂੰ ਘਬਰਾਹਟ ਜਿਹੀ ਮਹਿਸੂਸ ਹੋ ਰਹੀ ਹੈ ਤਾਂ ਲੰਬੇ ਸਾਹ ਲਓ ਅਤੇ ਆਪਣੀ ਤੁਸੀਂ ਜੋ ਤਿਆਰ ਕੀਤਾ ਹੋਇਆ ਆਪਣਾ ਉਹਨੂੰ ਬਿਲਕੁਲ ਆਪਣੇ ਦਿਲ ਤੋਂ ਬੋਲੋ, ਭਰੋਸੇ ਨਾਲ ਵੀ ਹਾਂ ਜੋ ਮੈਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ। ਇਹ ਸੀ ਸੈਸ਼ਨ ਨੰਬਰ 2 ਦੇ ਬਾਰੇ ਜਾਣਕਾਰੀ। ਹੁਣ ਅਸੀਂ
ਸੈਸ਼ਨ ਨੰਬਰ 3 ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸੈਸ਼ਨ ਨੰਬਰ 3 ਦੇ ਵਿੱਚ ਹੈ ਗੈਰ ਜ਼ੁਬਾਨੀ ਸੰਚਾਰ। ਗੈਰ ਜ਼ੁਬਾਨੀ ਸੰਚਾਰ ਪਹਿਲੇ ਤਾਂ ਅਸੀਂ ਪੜ੍ਹਿਆ ਹੈ ਕਿ ਲਿਖਤੀ, ਮਿਲ ਕੇ, ਇਹ ਹੈ ਮਤਲਬ ਆਪਰੇਸ਼ਨ, ਮਤਲਬ ਫੇਸ ਤੋਂ ਮਤਲਬ ਅਨੁਮਾਨ ਲਗਾਉਣਾ ਜਾਂ ਆਪਣੇ ਅੱਖਾਂ ਦੇ ਕੰਟਰੈਕਟ ਨਾਲ ਇੱਕ ਦੂਸਰੇ ਦਾ ਸਮਝਣਾ, ਇਹ ਹੈ ਗੈਰ ਜ਼ੁਬਾਨੀ ਸੰਚਾਰ ਹੈ। ਗੈਰ ਜ਼ੁਬਾਨੀ ਸੰਚਾਰ ਉਹ ਸੰਦੇਸ਼ ਹੈ ਜੋ ਅਸੀਂ ਦੂਜਿਆਂ ਨੂੰ ਬਿਨਾਂ ਕਿਸੇ ਸ਼ਬਦ ਦੀ ਵਰਤੋਂ ਕੀਤੇ ਭੇਜੇ, ਜਾਂ ਜਿਵੇਂ ਚਿੱਤਰ ਨੰਬਰ 1/4 ਵਿੱਚ ਦਿਖਾਇਆ ਗਿਆ, ਅਸੀਂ ਦੂਜਿਆਂ ਨੂੰ ਸੰਕੇਤਾਂ ਅਤੇ ਸੰਦੇਸ਼ਾਂ ਨੂੰ ਸਮੀਕਰਨ, ਇਸ਼ਾਰਿਆਂ ਅਤੇ ਸਰੀਰ ਦੇ ਆਸਣ ਦੁਆਰਾ ਭੇਜਦੇ ਹਾਂ। ਇਸ ਸੈਸ਼ਨ ਵਿੱਚ ਤੁਸੀਂ ਸੰਚਾਰ ਦੇ ਗੈਰ ਜ਼ੁਬਾਨੀ ਮੈਥਡ, ਇਸ ਦੀਆਂ ਕਿਸਮਾਂ ਅਤੇ ਮਹੱਤਵ ਬਾਰੇ ਸਿੱਖੋਗੇ। ਤੁਸੀਂ ਸਰੀਰ ਦੀ ਸਹੀ ਭਾਸ਼ਾ ਦੀ ਵਰਤੋਂ ਕਰਨਾ ਸਿੱਖੋਗੇ, ਜਿਵੇਂ ਇਸ਼ਾਰੇ, ਅੱਖਾਂ ਦਾ ਸੰਪਰਕ, ਹੈਂਡਸ਼ੇਕ ਤੋਂ ਹੀ ਅਸੀਂ ਅਨੁਮਾਨ ਕਰਨਾ ਹੈ। ਗੈਰ ਜ਼ੁਬਾਨੀ ਸੰਚਾਰ ਦੀ ਮਹੱਤਤਾ ਕਿਆ ਹੈ, ਇਹਦੇ ਬਾਰੇ ਜਾਣਕਾਰੀ ਦਊਂਗਾ। ਸਾਡੇ ਰੋਜ਼ਮਰਾ ਦੇ ਸੰਚਾਰ ਵਿੱਚ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਸੰਚਾਰ ਸਰੀਰ ਦੀ ਹਰਕਤਾਂ, ਜਿਵੇਂ ਕਿ ਚਿਹਰੇ, ਹਥਿਆਰਾਂ, ਅੰਦੋਲਨਾਂ ਆਦਿ, ਅਤੇ ਆਵਾਜ਼ ਨਿਰੰਤਰ, ਆਵਾਜ਼, ਟੋਨ, ਵਿਰਾਮ ਆਦਿ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ, ਜਿਵੇਂ ਕਿ ਚਿੱਤਰ ਨੰਬਰ 1.5 ਵਿੱਚ ਵੇਖ ਸਕਦੇ ਹੋ। ਅਧਿਕਤਮ ਸੰਚਾਰ ਗੈਰ ਜ਼ੁਬਾਨੀ ਹੈ, ਜਿਵੇਂ ਕਿ ਸਾਰਣੀ 1.4 ਵਿੱਚ ਦਰਸਾਇਆ ਗਿਆ ਹੈ। ਅਸੀਂ ਸ਼ਬਦਾਂ ਦੀ ਆਵਾਜ਼ ਅਤੇ ਸਰੀਰ ਦੀ ਭਾਸ਼ਾ ਦੀ ਵਰਤੋਂ ਨਾਲ ਸੰਚਾਰ ਦੇ ਬਾਰੇ ਦੇਖਾਂਗੇ। ਜਿਵੇਂ ਕਿ ਟੇਬਲ ਨੰਬਰ 1.4 ਗੈਰ ਜ਼ੁਬਾਨੀ ਸੰਚਾਰ ਦੀਆਂ ਕਿਸਮਾਂ ਕਿਹੜੀਆਂ ਕਿਸਮਾਂ ਹੈ। ਸ਼ਬਦਾਂ ਤੋਂ ਬਗੈਰ ਗੈਰ ਜ਼ੁਬਾਨੀ ਸੰਚਾਰ ਦੀ ਜਾਣਕਾਰੀ ਨੂੰ ਹੱਥਾਂ ਦੀਆਂ ਹਰਕਤਾਂ, ਜਿੱਦਾਂ ਕਿ ਇਸ਼ਾਰੇ ਅਤੇ ਸਰੀਰ ਦੀ ਭਾਸ਼ਾ, ਨਮਸਕਾਰ ਕਰਨ ਲਈ ਇੱਕ ਹੱਥ ਖੜ੍ਹਾ ਕੀਤਾ ਜਾਂਦਾ ਹੈ, ਉਹ ਵੀ ਇੱਕ ਮਤਲਬ ਸਮਝਾਉਣ ਦਾ ਤਰੀਕਾ ਵੀ ਹਾਂ ਨਮਸਕਾਰ। ਜਾਂ ਗੁੱਸੇ ਵਿੱਚ ਆਪਣੀ ਉਂਗਲ ਵੱਲ ਇਸ਼ਾਰਾ ਕਰਨਾ, ਆਪਣੀ ਉਂਗਲ ਵੱਲ ਗੁੱਸੇ 'ਚ ਕੋਈ ਚੀਜ਼ ਦਿਖਾਉਣਾ ਹੈ, ਕਰਨਾ ਹੈ, ਅਤੇ ਉਹਦਾ ਇੱਕ ਇਸ਼ਾਰਾ ਉਂਗਲ ਕਰਨਾ। ਸਮੀਕਰਨ, ਖੁਸ਼ੀ ਦਿਖਾਉਣ ਲਈ ਮੁਸਕਰਾਉਂਦੇ ਹੋਏ, ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਉਦਾਸ ਚਿਹਰਾ ਬਣਾ ਲੈਂਦੇ ਹੋ। ਇਹ ਵੀ ਚਿਹਰੇ ਦੇ ਇੰਪ੍ਰੈਸ਼ਨ ਤੋਂ ਪਤਾ ਲੱਗਦਾ ਹੈ ਕਿ ਹਾਂ ਤੁਹਾਡਾ ਚਿਹਰਾ ਮੁਸਕਰਾਹਟ, ਤਾਂ ਹਾਂ ਉਹ ਤੋਂ ਦਿਲ ਪਤਾ ਲੱਗਦਾ ਕਿ ਹਾਂ ਇਹ ਖੁਸ਼ੀ ਇੱਕ, ਇਹ ਵੀ ਗੈਰ ਜ਼ੁਬਾਨੀ ਸੰਚਾਰ ਹੈ। ਜਾਂ ਅਸੀਂ ਕਿਸੇ ਪ੍ਰੋਬਲਮ ਦੀ ਵਜ੍ਹਾ ਨਾਲ ਦੁਖੀ ਹਾਂ, ਸਾਡਾ ਚਿਹਰਾ ਮੁਰਝਾਇਆ ਹੋਇਆ ਹੈ, ਤਾਂ ਉੱਥੋਂ ਪਤਾ ਲੱਗਦਾ ਕਿ ਇਹ ਕੁਛ ਇਹਨਾਂ ਨੂੰ ਪ੍ਰੋਬਲਮ ਹੈ। ਇਹ ਸਾਰੇ ਗੈਰ ਜ਼ੁਬਾਨੀ ਸੰਚਾਰ ਵਿੱਚ ਆ ਜਾਂਦੇ ਹੈ। ਗੈਰ ਜ਼ੁਬਾਨੀ ਸੰਚਾਰ ਸਾਡੇ ਸੰਦੇਸ਼ਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬੋਲਣ ਵੇਲੇ ਸਹੀ ਇਸ਼ਾਰਿਆਂ ਦੀ ਵਰਤੋਂ ਸਾਡੇ ਸੰਦੇਸ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੀ ਹੈ। ਗੈਰ ਜ਼ੁਬਾਨੀ ਸੰਚਾਰ ਨੂੰ ਜਾਣਨਾ ਸਾਡੇ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਸਮਝਣ ਅਤੇ ਉਸ ਅਨੁਸਾਰ ਸਾਡੇ ਵਿਵਹਾਰ ਜਾਂ ਸੰਚਾਰ ਨੂੰ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਸਹੀ ਇਸ਼ਾਰਿਆਂ ਅਤੇ ਆਸਣਾਂ ਦੀ ਵਰਤੋਂ ਕੰਮ ਵਿੱਚ ਪੇਸ਼ੇਵਰ ਬਣਨ ਵਿੱਚ ਸਾਡੀ ਮਦਦ ਕਰਦੀ ਹੈ। ਜੇ ਜ਼ੁਬਾਨੀ ਸੁਨੇਹਾ ਆਵਾਜ਼ ਜਾਂ ਦੂਰੀ ਆਦਿ ਦੁਆਰਾ ਬਲਾਕ ਕੀਤੇ ਜਾਂਦੇ ਹਨ, ਤਾਂ ਅਸੀਂ ਆਪਣੇ ਸੰਦੇਸ਼ਾਂ ਨੂੰ ਬਦਲਣ ਲਈ ਹੱਥਾਂ ਦੀਆਂ ਹਰਕਤਾਂ ਦੀ ਵਰਤੋਂ ਕਰ ਸਕਦੇ ਹਾਂ। ਚੁੱਪ ਦੀ ਜ਼ਰੂਰਤ ਨੂੰ ਦਰਸਾਉਣ ਲਈ ਬੁੱਲ੍ਹਾਂ 'ਤੇ ਇੱਕ ਉਂਗਲ ਰੱਖਣਾ ਅਤੇ ਸਿਰ ਨੂੰ ਹਿਲਾਉਣਾ
ਅਤੇ ਹਾਂ ਕਹਿਣਾ। ਅਸੀਂ ਕਈ ਤਰੀਕਿਆਂ ਨਾਲ ਗੈਰ ਜ਼ੁਬਾਨੀ ਸੰਚਾਰ ਕਰਦੇ ਹਾਂ। ਆਓ ਅਸੀਂ ਇਸ ਦੇ ਵਿੱਚੋਂ ਕੁਝ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਾਰਣੀ ਨੰਬਰ 1.5 ਵਿੱਚ ਜਿਵੇਂ ਦਿਖਾਇਆ ਗਿਆ ਹੈ। ਕਿਸਮਾਂ ਹੈ। ਚਿਹਰੇ ਦੇ ਸਮੀਕਰਨ ਤੁਸੀਂ ਦੇਖ ਸਕਦੇ ਹੋ। ਇਸ ਦਾ ਭਾਵ ਕੀ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚਿਹਰੇ ਦਾ ਪ੍ਰਗਟਾਵਾ ਕਈ ਵਾਰ ਵਿਅਕਤੀਆਂ ਦੀ ਭਾਵਨਾਵਾਂ ਦਰਸਾਉਂਦਾ ਹੈ। ਉਦਾਹਰਨਾਂ ਦੇ ਲਈ, ਜਦੋਂ ਅਸੀਂ ਖੁਸ਼ ਹੁੰਦੇ ਹਾਂ ਅਸੀਂ ਉਹਨਾਂ ਨੂੰ ਮੁਸਕਰਾਹਟ ਦੁਆਰਾ ਪ੍ਰਗਟ ਕਰਦੇ ਹੋਏ, ਜਦੋਂ ਤੁਸੀਂ ਉਦਾਸ ਹੁੰਦੇ ਹੋ ਤਾਂ ਉਦਾਸੀ ਦਾ ਚਿਹਰਾ ਦਿਖਾਉਂਦੇ ਹਾਂ। ਗੈਰ ਜ਼ੁਬਾਨੀ ਸੰਚਾਰ ਨੂੰ ਅਸਰਦਾਰ ਤਰੀਕੇ ਨਾਲ ਵਰਤੋਂ ਕਿਵੇਂ ਕਰੀਏ? ਆਪਣੇ ਚਿਹਰੇ ਨੂੰ ਆਰਾਮ ਦਿਓ। ਜੋ ਤੁਸੀਂ ਕਹਿ ਰਹੇ ਹੋ ਉਸ ਨਾਲ ਆਪਣੇ ਸਮੀਕਰਨ ਨੂੰ ਮਿਲਾਉਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕਿਸੇ ਗੱਲ ਨਾਲ ਸਹਿਮਤ ਹੋ ਤਾਂ ਤੁਸੀਂ ਸੁਣਦੇ ਸਮੇਂ ਹਿਲ ਸਕਦੇ ਹੋ, ਜੋ ਇਹ ਦਰਸਾਉਂਦਾ ਹੈ ਕਿ ਇਸ ਵਿੱਚ ਤੁਹਾਡੀ ਸਹਿਮਤੀ ਹੈ। ਆਸਣ ਸਰੀਰ ਦੀ ਸਥਿਤੀਆਂ ਹਨ। ਉਹ ਸਾਡਾ ਵਿਸ਼ਵਾਸ ਅਤੇ ਭਾਵਨਾਵਾਂ ਦਰਸਾਉਂਦੇ ਹਨ। ਉਦਾਹਰਨਾਂ ਵਜੋਂ, ਸਿੱਧੇ ਸਰੀਰ ਦੀ ਆਸ ਨੂੰ ਆਤਮ ਵਿਸ਼ਵਾਸ ਵਜੋਂ ਦੇਖਿਆ ਜਾਂਦਾ ਹੈ। ਤੁਹਾਡੇ ਸਿਰ ਨੂੰ ਫੜਨਾ ਥਕਾਵਟ ਵਜੋਂ ਲਿਆ। ਗੈਰ ਜ਼ੁਬਾਨੀ ਸੰਚਾਰ ਵਿੱਚ ਦੀ ਅਸਰਦਾਰ ਤਰੀਕੇ ਨਾਲ ਵਰਤੋਂ ਕਿਵੇਂ ਕਰੀਏ? ਇਹਦੇ ਵਿੱਚ ਆਪਣੇ ਉੱਪਰਲੇ ਸਰੀਰ ਨੂੰ ਆਰਾਮ ਦੇ ਅਤੇ ਸ਼ੋਲਡਰ ਸਿੱਧੇ ਰੱਖੋ। ਸਿੱਧੇ ਬੈਠੇ ਹੱਥਾਂ ਅਤੇ ਪੈਰਾਂ ਨੂੰ ਆਰਾਮ ਵਾਲੀ ਸਥਿਤੀ ਵਿੱਚ ਰੱਖੋ। ਖੜ੍ਹੇ ਹੋਣ ਵੇਲੇ ਆਪਣੇ ਪਾਸਿਆਂ ਨਾਲ ਹੱਥ ਰੱਖੋ। ਇਹ ਸਾਰੇ ਗੈਰ ਜ਼ੁਬਾਨੀ ਸੰਚਾਰ ਅਸਰਦਾਰ ਤਰੀਕੇ ਨਾਲ ਵਰਤੋਂ ਕੀਤੇ ਜਾਂਦੇ ਹਨ। ਸੰਕੇਤ ਜਾਂ ਸਰੀਰ ਦੀ ਭਾਸ਼ਾ। ਸਾਰੇ ਇੱਕ ਵਿਚਾਰ ਜਾਂ ਅਰਥ ਪ੍ਰਗਟ ਕਰਨ ਲਈ ਸਰੀਰ ਦੇ ਹਿੱਸੇ, ਖਾਸਕਰ ਹੱਥਾਂ ਜਾਂ ਸਰੀਰ ਦੀ ਹਰਕਤਾਂ ਦਾ ਵਰਣਨ ਕਰਦੇ ਸਮੇਂ ਇਸ ਵਿੱਚ ਸ਼ਾਮਲ ਹਨ। ਲਹਿਰਾਉਣਾ, ਸੰਕੇਤ ਕਰਨਾ ਅਤੇ ਬੋਲਣਾ। ਸਾਡੇ ਹੱਥਾਂ ਦੀ ਵਰਤੋਂ ਕਰਨ ਲਈ ਉਦਾਹਰਨਾਂ ਉਭਾਰ। ਇਹ ਹੱਥ ਦਾ ਅਰਥ ਸ਼ਾਇਦ ਕੋਈ ਪ੍ਰਸ਼ਨ ਪੁੱਛਣਾ, ਕੱਟਣ ਨਾਲ ਨਹੁੰ ਘਬਰਾਹਟ ਦਿਖਾਈ ਦਿੰਦੇ ਹਨ। ਅਤੇ ਗੈਰ ਜ਼ੁਬਾਨੀ ਸੰਚਾਰ ਅਸਰਦਾਰ ਤਰੀਕੇ ਕਿਹੜੇ ਹੈ? ਇਹਦੇ 'ਚ ਅਸੀਂ ਉਂਗਲ ਵਾਲੇ ਲੋਕਾਂ ਵਿੱਚ ਇਸ਼ਾਰਾ ਕਰਨ ਤੋਂ ਬਚੋ। ਗੱਲ ਕਰਦੇ ਸਮੇਂ ਜੇਬ ਵਿੱਚ ਆਪਣੇ ਹੱਥ ਰੱਖਣ ਦੀ ਬਜਾਏ ਆਪਣੇ ਹੱਥਾਂ ਨੂੰ ਸਾਈਡ 'ਤੇ ਰੱਖਣ ਦੀ ਕੋਸ਼ਿਸ਼ ਕਰੋ। ਇਹ ਦਰਸਾਉਣ ਲਈ ਕਿ ਤੁਸੀਂ ਧਿਆਨ ਦੇ ਰਹੇ ਹੋ। ਆਪਣੇ ਸਿਰ ਨੂੰ ਥੋੜ੍ਹਾ ਜਿਹਾ ਝੁਕਾਓ। ਟੱਚ ਵਿੱਚ ਅਸੀਂ ਆਪਣੇ ਸੰਪਰਕ ਦੁਆਰਾ ਇੱਕ ਦੂਜੇ ਵੱਡੇ ਸੌਦਾ ਸੰਚਾਰ ਕਰਦੇ ਹਾਂ, ਜਿਵੇਂ ਕਿ ਹੱਥ ਹਿਲਾਉਣਾ ਅਤੇ ਪਿੱਠ 'ਤੇ ਥੱਪੜ ਮਾਰਨਾ। ਉਦਾਹਰਨਾਂ ਦੇ ਲਈ, ਇੱਕ ਪੱਕਾ ਹੈਂਡਸ਼ੇਕ ਵਿਸ਼ਵਾਸ ਦਿਖਾਉਂਦਾ ਹੈ। ਖੇਡ ਕੋਚ ਖਿਡਾਰੀ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀ ਦੇ ਪਿੱਠ 'ਤੇ ਥੱਪੜ ਮਾਰਦੇ ਹਨ। ਗੈਰ ਜ਼ੁਬਾਨੀ ਸੰਚਾਰ ਅਸਰਦਾਰ ਤਰੀਕੇ ਕਿਹੜੇ ਹੈ? ਹੱਥ ਦ੍ਰਿੜਤਾ ਨਾਲ ਹਿਲਾਉਣਾ। ਰਸਮੀ ਸੰਚਾਰ ਦੌਰਾਨ ਆਪਣੇ ਸੰਪਰਕ ਵਿੱਚ ਆਉਣ ਵਾਲੇ ਹੋਰ ਸਾਰਿਆਂ, ਜਿਵੇਂ ਆਪਣੇ ਵਾਲਾਂ ਨੂੰ ਕੁੱਟਣਾ, ਨੱਕ ਨੂੰ ਖੁਰਕਣਾ, ਆਪਣੇ ਕੱਪੜਿਆਂ ਨੂੰ ਬੰਨ੍ਹਣਾ ਆਦਿ ਪਰਹੇਜ਼ ਕਰੋ। ਸਪੇਸ। ਦੋ ਲੋਕਾਂ ਦੇ ਵਿਚਕਾਰ ਜਗ੍ਹਾ ਸੰਚਾਰ ਕਰਨਾ ਆਮ ਤੌਰ 'ਤੇ ਉਹਨਾਂ ਵਿਚਾਰਾਂ ਨੇਤਾਵਾਂ ਦਾ ਨੇੜਲਾ 'ਤੇ ਨਿਰਭਰ ਕਰਦਾ ਹੈ। ਰਿਸ਼ਤੇ 'ਤੇ ਨਿਰਭਰ ਕਰਦਿਆਂ ਸਹੀ ਜਗ੍ਹਾ ਬਣਾਈ ਰੱਖੋ, ਜਿਹੜੇ ਰਸਮੀ ਜਾਂ ਗੈਰ ਰਸਮੀ ਹੋ ਸਕਦੇ ਹਨ, ਜਾਂ ਉਸ ਵਿੱਚ ਵਿਅਕਤੀ ਨਾਲ ਨੇੜਤਾ ਹੋ ਸਕਦੀ ਹੈ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ।
ਅੱਖ ਸੰਪਰਕ, ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਸ ਨਾਲ ਅੱਖਾਂ ਦਾ ਸੰਪਰਕ ਬਣਾਏ ਰੱਖਣਾ ਦਿਲਚਸਪੀ ਦਰਸਾਉਂਦਾ ਹੈ, ਜਦੋਂ ਕਿ ਦੂਜੇ ਵੇਖਣ ਨਾਲ ਦੂਸਰੇ ਵਿਅਕਤੀ ਨੂੰ ਅਣਦੇਖਾ ਮਹਿਸੂਸ ਹੁੰਦਾ ਹੈ। ਉਹ ਵਿਅਕਤੀ ਵੱਲੋਂ ਦੇਖੋ ਜੋ ਬੋਲ ਰਿਹਾ ਹੈ। ਇੱਕ ਰਿਲੈਕਸੇਸ਼ਨ ਅਤੇ ਖੁਸ਼ਹਾਲ ਦਿੱਖ ਰੱਖੋ। ਹਰ ਕੁਝ ਸੈਕਿੰਡਾਂ ਬਾਅਦ ਝਾਤ ਨੂੰ ਤੋੜੋ। ਪੈਰਾਲੈਂਗੁਏਜ ਸਾਡੀ ਆਵਾਜ਼ ਗਤੀ ਅਤੇ ਵਾਲੀਅਮ ਦਾ ਸੁਰ ਹੈ, ਜੋ ਸੰਚਾਰ ਅਤੇ ਅਰਥਾਂ ਵਿੱਚ ਇੱਕ ਫਰਕ ਲਿਆਉਂਦਾ ਹੈ। ਬਹੁਤ ਤੇਜ਼ ਬੋਲਣਾ ਉਤਸ਼ਾਹ ਅਤੇ ਘਬਰਾਹਟ ਦਿਖ ਸਕਦਾ ਹੈ। ਬਹੁਤ ਹੌਲੀ ਬੋਲਣਾ ਗੰਭੀਰਤਾ, ਉਦਾਸੀ ਜਾਂ ਕੋਈ ਨੁਕਸਾਨ ਦਿਖ ਸਕਦਾ ਹੈ। ਬੋਲਦੇ ਸਮੇਂ ਸਹੀ ਟੋਨ ਅਤੇ ਵੈਲਿਊ ਦੀ ਵਰਤੋਂ ਕਰਨ। ਗੱਲਬਾਤ ਦਾ ਇੱਕ ਮੱਧਮ ਰੇਟ ਗਤੀ ਬਣਾਈ ਰੱਖੋ। ਵਿਜ਼ੂਅਲ ਸੰਚਾਰ ਦਾ ਇੱਕ ਹੋਰ ਮਹੱਤਵ ਢੰਗ ਵਿਜ਼ੂਅਲ ਸੰਚਾਰ ਹੈ, ਜਿਸ ਵਿੱਚ ਸਿਰਫ ਚਿੱਤਰ ਜਾਂ ਤਸਵੀਰਾਂ ਦੁਆਰਾ ਸੁਨੇਹਾ ਭੇਜਣਾ ਅਤੇ ਸਮਝਣਾ ਸ਼ਾਮਲ ਹਨ। ਇਸ ਕਿਸਮ ਦੇ ਸੰਚਾਰ ਦਾ ਮੁੱਖ ਫਾਇਦਾ ਇਹ ਹੈ ਕਿ ਇਸ ਨੂੰ ਸਮਝਣ ਲਈ ਤੁਹਾਨੂੰ ਕਿਸੇ ਵਿਸ਼ੇਸ਼ ਭਾਸ਼ਾ ਨੂੰ ਜਾਣਨ ਦੀ ਜ਼ਰੂਰਤ ਨਹੀਂ। ਇਹ ਸਧਾਰਨ ਹੈ, ਸਮਝਣ ਵਿੱਚ ਆਸਾਨ ਹੈ ਅਤੇ ਵੱਖ-ਵੱਖ ਥਾਵਾਂ 'ਤੇ ਇੱਕੋ ਜਿਹੇ ਰਹਿੰਦੇ ਹਨ। ਟੇਬਲ ਨੰਬਰ 1.6 ਵਿੱਚ ਆਮ ਕਿਸਮਾਂ ਦੇ ਸੰਚਾਰ ਨੂੰ ਦਰਸਾਇਆ ਗਿਆ ਹੈ, ਜਿਵੇਂ ਕਿ ਟ੍ਰੈਫਿਕ ਵਿਜ਼ੂਅਲ ਕਮਿਊਨੀਕੇਸ਼ਨ, ਚਿੱਤਰ ਰਾਹੀਂ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ। ਟ੍ਰੈਫਿਕ ਚਿੰਨ੍ਹ, ਜਿਹੜਾ ਸਿਗਨਲ ਨਾ ਉਡਾਉਣ ਦੀ ਗੱਲ ਕਰਦਾ ਹੈ। ਲੇਡੀ ਅਤੇ ਜੈਂਟਸ ਟਾਇਲਟ ਲਈ ਸਾਈਨ ਕਰੋ ਦਿਖਾਇਆ ਗਿਆ ਹੈ। ਜਲਣਸ਼ੀਲ ਪਦਾਰਥ ਹੈ, ਉਹਦੇ ਬਾਰੇ ਦਿਖਾਇਆ ਗਿਆ ਹੈ। ਸਾਈਨ ਸੈਮੀਕੋਲਨ। ਕੰਪਿਊਟਰ ਵਿੱਚ ਵੀਡੀਓ ਜਾਂ ਆਡੀਓ ਫਾਈਲ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ, ਕਿ ਮਤਲਬ ਫੋਟੋਗ੍ਰਾਫੀ ਏਰੀਆ ਨਹੀਂ ਹੈ। ਟ੍ਰੈਫਿਕ ਦਾ ਹੈ, ਲਾਈਟਾਂ, ਸਟੋਪ ਹੈ, ਲਾਲ ਹੈ, ਇੰਤਜ਼ਾਰ ਲਈ ਹੈ, ਯੈਲੋ ਹੈ, ਜਾਣ ਲਈ ਹਰਾ ਹੈ। ਸਾਈਨ ਦਿਖ ਰਿਹਾ ਹੈ ਰੇਲਵੇ ਪਾਰ ਕਰਨੇ ਦਾ, ਕ੍ਰੋਸਿੰਗ ਦਾ। ਇਹ ਤੁਹਾਨੂੰ ਰੇਲਵੇ ਕ੍ਰੋਸਿੰਗ 'ਤੇ ਮਿਲੇਗਾ ਕਿ ਹਾਂ ਇਹ ਰੇਲਵੇ ਕ੍ਰੋਸਿੰਗ ਹੈ। ਅੱਗੇ ਤਿਲਕਣ ਵਾਲੀ ਜਗ੍ਹਾ ਦਾ ਇਹ ਸਾਈਨ ਦਿਖਾਇਆ ਗਿਆ ਹੈ। ਇਹ ਤੁਹਾਨੂੰ ਸਮਝ ਆ ਜਾਏਗਾ ਕਿ ਹਾਂ ਅਸੀਂ ਕੋਈ ਗੱਡੀ ਵਹੀਕਲ ਲੈ ਕੇ ਜਾ ਰਹੇ ਹਾਂ ਅਤੇ ਤਿਲਕਣ ਵਾਲਾ ਇਲਾਕਾ ਹੈ, ਇੱਥੇ ਅਸੀਂ ਗੱਡੀ ਨੂੰ ਨੋਰਮਲ ਸਪੀਡ ਨਾਲ ਜਾਣਾ ਹੈ। ਜਾਂ ਦਸਤਖਤ ਕਰੋ, ਜੋ ਇਸ ਦਾ ਦੱਸਦਾ ਹੈ ਕਿ ਇਹ ਖੇਤਰ ਤੰਬਾਕੂ ਨਕੋਸੀ ਵਾਲਾ ਖੇਤਰ ਹੈ। ਇੱਥੇ ਬੀੜੀ ਸਿਗਰਟ ਪੀਣਾ ਮਤਲਬ ਸਖਤ ਮਨ੍ਹਾ ਹੈ, ਇਹਨੂੰ ਜ਼ਾਹਿਰ ਕਰਦਾ ਹੈ। ਅਤੇ ਇਹ ਤੁਸੀਂ ਸੈਸ਼ਨ ਨੰਬਰ 1, 2, 3 ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ। ਫਿਰ ਵੀ ਕਿਸੇ ਵਿਅਕਤੀ ਨੂੰ ਇਸ ਬਾਰੇ ਕੋਈ ਡਾਊਟ ਹੈ, ਕੋਈ ਨਹੀਂ ਸਮਝ ਆਇਆ ਤਾਂ ਪੁੱਛ ਸਕਦਾ ਹੈ। ਓਕੇ, ਥੈਂਕ ਯੂ।